गुड आफ्टरनून बच्चों। अगे देखो चैप्टर नो टाइम फॉर फियर। ਆਪਾਂ पढ़ांगे अज थर्ड पॉइंट तो द 5 किलोमीटर ट्रेल। द 5 किलोमीटर ट्रेल marked with frequent zigzags followed a creek bed down the mountains। ਜਿੱਦਾਂ ਇੱਥੇ ਵੀ ਮੈਂ ਅੰਡਰਲਾਈਨ ਕਰਕੇ ਪਗਡੰਡੀ ਲਿਖਿਆ ਟ੍ਰੇਲ ਨੂੰ। ਜੋ ਵੀ ਉੱਪਰ ਨੂੰ ਜਾਈਦਾ ਆਪਾਂ ਪੀਕ ਦੇ ਉੱਪਰ ਪਹਾੜੀ ਦੇ ਉੱਪਰ ਜੋ ਵੀ ਹੁੰਦਾ ਏ ਪਗਡੰਡੀ ਵਗੈਰਾ 5 ਕਿਲੋਮੀਟਰ ਲੰਬੀ ਹੈ ਇਹ ਤੇ ਕੰਟੀਨਿਊਸਲੀ ਲਗਾਤਾਰ ਵਲ ਖਾਂਦੀ ਹੋਈ ਜਾ ਰਹੀ ਹੈ, ਕਦੀ ਕਿਸੇ ਬੰਨੇ ਕਦੀ ਕਿਸੇ ਬੰਨੇ। ਪਹਾੜ ਦੇ ਹੇਠਾਂ ਨੂੰ ਜਾ ਰਹੇ ਇੱਕ ਪਤਲੇ ਜਿਹੇ ਪਾਣੀ ਦੇ ਰਸਤੇ ਦੇ ਨਾਲ ਬਣੀ ਹੋਈ ਹੈ ਇਹ। ਲਿਖਿਆ ਨਾ followed a creek bed down the mountains। It took the couple only an hour to reach the halfway point। ਅੱਧੇ ਰਸਤੇ ਤੱਕ ਪਹੁੰਚਣ ਵਿੱਚ ਉਹ ਜਿਹੜਾ ਕਪਲ ਹੈ ਉਹ ਦੋਵੇਂ ਮੈਲਕਮ ਤੇ ਬਾਰਬ ਉਹਨਾਂ ਨੂੰ ਸਿਰਫ ਅੱਧਾ ਘੰਟਾ ਹੀ ਲੱਗਾ। They stopped to rest for a minute। ਕੁਝ ਸਮੇਂ ਲਈ ਉਹ ਸਾਹ ਲੈਣ ਲਈ ਰੁਕੇ ਉੱਥੇ। Leaning against a bank of piled up snow। ਮਤਲਬ ਉਹਨਾਂ ਨੇ ਆਰਾਮ ਕੀਤਾ ਸੀ ਕੁਝ ਪਲ ਤੇ ਇੱਕ ਜਗ੍ਹਾ ਤੇ ਇਕੱਠੀ ਹੋਈ ਬਰਫ਼ ਦਾ ਢੇਰ ਆ ਉਹਦੇ ਨਾਲ ਉਹਨਾਂ ਨੇ ਜਿੱਦਾਂ ਆਸਰਾ ਲੈ ਕੇ ਉੱਥੇ ਬੈਠ ਗਏ ਆ। The sun out now had warmed them। ਸੂਰਜ ਚੜ੍ਹ ਚੁੱਕਾ ਸੀ ਤੇ ਉਹਨਾਂ ਨੂੰ ਗਰਮੀ ਪਹੁੰਚਾ ਰਿਹਾ ਸੀ, ਮਤਲਬ ਨਿੱਘ ਜਿਹਾ ਮਿਲਦਾ ਪਿਆ ਸੀ। And both were wearing only sweaters। ਤੇ ਉਹਨਾਂ ਦੋਹਾਂ ਨੇ ਸਿਰਫ ਸਵੈਟਰ ਹੀ ਪਹਿਨੇ ਹੋਏ ਸਨ। Their coat tied around their waist। ਤੇ ਜਿਹੜੇ ਉਹਨਾਂ ਦੇ ਕੋਟ ਹੀ ਉਹਨਾਂ ਨੇ ਆਪਣੇ ਲੱਕ ਦੇ ਦੁਆਲੇ ਬੰਨ ਰੱਖਿਆ ਸੀ। A nearby waterfall gurgled with newly melted snow। ਨੇੜੇ ਹੀ ਇੱਕ ਝਰਨਾ ਤਾਜ਼ੀ ਪਿਘਲੀ ਹੋਈ ਬਰਫ਼ ਦੇ ਪਾਣੀ ਨਾਲ ਕਲਕਲ ਦੀ ਆਵਾਜ਼ ਕਰਦਾ ਹੋਇਆ ਵਹਿੰਦਾ ਪਿਆ ਸੀ। ਗਰਲਡ ਜਿੱਦਾਂ ਇਹੋ ਜਿਹੀ ਆਵਾਜ਼ ਹੀ ਹੁੰਦੀ ਹੈ, ਕੁਝ ਖੜਖੜਾਹਟ ਜਿਹੀ ਆਵਾਜ਼ ਕਰਨੀ, ਏਦਾਂ ਵਹਿੰਦਾ ਪਿਆ ਉਹ ਝਰਨਾ। They dipped their hand in the cold water। ਉਹਨਾਂ ਨੇ ਠੰਡੇ ਪਾਣੀ ਵਿੱਚ ਆਪਣੇ ਹੱਥਾਂ ਨੂੰ ਡੁਬੋਇਆ। And playfully splashed each other। ਤੇ ਜਿੱਦਾਂ ਖੇਡਣ ਡੈ ਪਏ, ਮਜ਼ਾਕ ਨਾਲ ਇੱਕ ਦੂਜੇ ਤੇ ਪਾਣੀ ਦੇ ਛਿੱਟੇ ਪਾਉਣ ਡੈ ਪਏ। Then they started off again, Malcolm in the lead। ਫਿਰ ਉਹ ਚੱਲ ਪਏ ਉੱਥੋਂ ਤੇ ਮੈਲਕਮ ਜਿਹੜਾ ਸੀ ਉਹ ਅੱਗੇ ਚੱਲ ਰਿਹਾ ਸੀ। Hidden danger ਚੌਥਾ ਪੁਆਇੰਟ ਆ ਗਿਆ ਜੀ ਅੱਗੇ। Hidden danger ਕੋਈ ਲੁਕਿਆ ਹੋਇਆ ਖਤਰਾ। A 100 meters further around the trail Malcolm stopped short। ਜਿੱਦਾਂ ਉਹ ਜਿਹੜੀ ਵੀ ਟ੍ਰੇਲ ਉਹ ਪਗਡੰਡੀ ਆ ਉਹਦੇ ਨਾਲ 100 ਮੀਟਰ 100 ਮੀਟਰ ਅੱਗੇ ਜਾਣ ਦੇ ਬਾਅਦ ਮੈਲਕਮ ਅਚਾਨਕ ਰੁਕ ਗਿਆ। Two bear cubs were playing in the creek gully about 20 meter to the right। ਬੀਅਰ ਮਤਲਬ ਭਾਲੂ ਕਹਿ ਲਓ, ਰਿਛ ਕਹਿ ਲਓ, ਰਿਛ ਦੇ ਦੋ ਬੱਚੇ ਜਿਹੜਾ ਵੀ ਉੱਥੇ ਹੈਗਾ ਹੀ in the creek gully about 20 meter to the right were playing। ਉੱਥੇ ਮਤਲਬ 20 ਮੀਟਰ ਦੀ ਦੂਰੀ ਤੇ ਸੱਜੇ ਪਾਸੇ ਖੇਡਦੇ ਪਏ ਹੀ। The day before they had seen another grizzly and two cubs। ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਭੂਰੇ ਰੰਗ ਵਾਲੀ ਰਿਛ ਮਾਂ ਤੇ ਦੋ ਬੱਚਿਆਂ ਨੂੰ ਵੇਖਿਆ ਸੀ। ਇਹਨਾਂ ਦੋਨਾਂ ਨੇ ਬਾਰਬ ਤੇ ਮੈਲਕਮ ਨੇ। They had shouted and waved and watched through binoculars as the mother reared up and roared at them। ਉਹਨਾਂ ਨੇ ਜਿੱਦਾਂ ਜਿਹੜੀ ਉਹ ਹੀ ਗ੍ਰਿਜ਼ਲੀ ਹੀ ਰਿਛ ਹੀ ਜਿਹੜਾ ਰਿਛ ਮਾਂ ਕਵਾਂਗੇ ਆਪਣੇ ਬੱਚਿਆਂ ਨਾਲ, ਉਹ ਉਹਨਾਂ ਨੂੰ ਵੇਖ ਕੇ ਚਲਾਉਂਦੇ ਰਹੇ
ਵੀ ਦੂਰਬੀਨ ਦੇ ਨਾਲ ਉਹਨਾਂ ਨੇ ਵੇਖਿਆ ਸੀ ਉਹਨੂੰ ਤੇ ਉਹ ਜਿਹੜੀ ਹੈਗੀ ਸੀ ਰੇਸ਼ਮਾ that had been more funny the frighting with a safe kilometer and half a distance separating them। ਉਹ ਜਿਹੜਾ ਦ੍ਰਿਸ਼ ਜਿਹੜਾ ਸੀ ਉਹ ਬੜਾ ਹੀ ਡਰਾਉਣਾ ਨਹੀਂ ਸੀ ਇੰਨਾ, ਉਹ ਫਨੀ ਜਿਹਾ ਲੱਗਣ ਡਿਆ ਸੀ ਫਰਾਈਟਿੰਗ ਦੇ ਨਾਲੋਂ। ਵੀ ਜਦ ਉਹਨਾਂ ਨੇ ਉਹ ਰੇਸ਼ ਨੂੰ ਦੇਖਿਆ, ਉਹ ਪਿਛਲੇ ਪੈਰਾਂ ਦੇ ਆਸਰੇ ਖੜੀ ਹੋ ਗਈ। ਰੀਅਰਡ ਅਪ ਜਿਹੜਾ ਵਰਡ ਇੱਥੇ ਆਇਆ ਵਾ, ਤੇ ਉਹ ਇੰਜ ਰੇਸ਼ ਤੋਂ ਡਰਦੇ ਨਹੀਂ ਪਏ, ਸਗੋਂ ਫਨੀ ਜਿਹਾ ਲੱਗਦਾ ਪਿਆ ਸੀ, ਕਿਉਂਕਿ ਉਹ ਕਾਫੀ ਇੰਨੀ ਕੁ ਦੂਰੀ ਤੇ ਖਲੋਤੇ, ਸੇਫ ਕਿਲੋਮੀਟਰ ਮਤਲਬ ਜਿੱਥੇ ਉਹ ਅਟੈਕ ਨਹੀਂ ਸੀ ਕਰ ਸਕਦੀ, ਤੇ ਉਹਨਾਂ 'ਚ ਕੁਝ ਫਰਕ ਹੈਗਾ ਹੀ। ਬਟ ਨਾਓ a mother bear, perhaps the same grizzly, could be yest over the ridge। ਹੁਣ ਆ ਜਿਹੜੀ ਰੇਸ਼ਮਾ ਵਾ, ਜਿਹਦਾ ਬਰਾਊਨ ਕਲਰ ਇੱਥੇ ਆਪਾਂ ਕਹਿ ਸਕਦੇ ਹਾਂ, ਉਹ ਜਿਹੜਾ could be yest over the ridge, ਪਹਾੜੀ ਦੇ ਉਹ ਪਿਛਲੇ ਪਾਸੇ ਹੋ ਸਕਦੀ ਸੀ, ਕਿਉਂਕਿ ਉਹਦੇ ਜਿਹੜੇ ਬੱਚੇ ਇਹਨਾਂ ਨੇ ਦੋ ਵੇਖੇ ਤੇ ਇਹਨੂੰ ਲੱਗਦਾ ਵੀ ਸ਼ਾਇਦ ਉਹ ਪਹਾੜੀ ਦੇ ਪਿਛਲੇ ਪਾਸੇ ਉਹ ਰੇਸ਼ ਨਾ ਹੋਵੇ ਦੁਬਾਰਾ, ਜਿਹੜਾ ਝਾੜੀਆਂ ਦੀ ਵਜ੍ਹਾ ਨਾਲ ਲਿਖਿਆ ਨਾ ਬਸ਼ਿਸ ਵਗੈਰਾ, ਝਾੜੀਆਂ ਦੀ ਵਜ੍ਹਾ ਨਾਲ ਦਿਖ ਨਹੀਂ ਰਿਹਾ ਪਿਛਲਾ ਪਾਸਾ ਪਹਾੜੀ ਦਾ। ਮਾਲਕਮ ਸਟੂਡ ਸਟਿਫੀ ਟਰਾਈਂਗ ਟੂ ਡਿਸਾਈਡ ਵਟ ਟੂ ਡੂ। ਮਾਲਕਮ ਜਿਹੜਾ ਸੀ ਉਹ ਇੱਕ ਹਿਸਾਬ ਦਾ ਪੱਥਰ ਬਣ ਕੇ ਖੜ ਗਿਆ ਉੱਥੇ, ਵੀ ਅੱਗੇ ਵਧਿਆ ਨਹੀਂ। ਉਹ ਜਿਹੜੇ ਵੀ ਰਸਤੇ ਉਹ ਚੱਲਦੇ ਪਏ ਉੱਥੇ ਰੁਕ ਜਾਂਦੇ ਨੇ, ਵੀ ਇਹ ਸੋਚਣ ਡੈ ਪਿਆ ਵੀ ਹੁਣ ਕੀਤਾ ਕੀ ਜਾਵੇ। ਪਰਹੈਪਸ ਦੇ ਕੁਡ ਸਲਿਪ ਬਾਈ ਕੁਆਇਟਲੀ, ਸ਼ਾਇਦ ਉਹ ਚੁੱਪਚਾਪ ਖਿਸਕ ਸਕਦੇ ਸਨ। ਬਟ ਐਜ਼ ਹੀ ਲਿਫਟਿਡ ਹਿਜ਼ ਬੂਟ ਫਰੋਮ ਦਾ ਫਸਟ ਸਟੈਪ, the mother bear suddenly came charging over the ridge with a half growl, half scream of rage। ਪਰ ਜਿੱਦਾਂ ਹੀ ਉਹਨਾਂ ਨੇ ਪਹਿਲਾ ਕਦਮ ਪੁੱਟਣ ਲਈ ਆਪਣਾ ਬੂਟ ਚੁੱਕਿਆ, ਤਾਂ ਅਚਾਨਕ ਪਹਾੜੀ ਦੇ ਉੱਪਰੋਂ ਗੁੱਸੇ ਵਿੱਚ ਗਰਾਉਂਦੀ ਹੋਈ, ਜਿੱਦਾਂ ਚੀਕਦੀ ਹੋਈ ਜਿਹੜੀ ਉਹ ਰੇਸ਼ਮਾ ਸੀ, ਉਹ ਹਮਲਾ ਕਰਨ ਦੇ ਲਈ ਦੌੜਦੀ ਹੋਈ ਆਈ ਇਹਨਾਂ ਵੱਲ। ਬਾਰਬ ਸਾ ਇਮੀਡੀਏਟਲੀ ਦੈਟ ਇਟ ਵਾਜ਼ ਗ੍ਰਿਜ਼ਲੀ, ਬਾਰਬ ਜਿਹੜੀ ਸੀ ਉਹਨੇ ਇੱਕਦਮ ਦੇਖ ਲਿਆ ਵੀ ਇਹ ਤੇ ਰੇਸ਼ ਹੈ, ਗ੍ਰਿਜ਼ਲੀ ਹੈ। The silver tip fur glistened in the sunlight and there was the characteristic hump on its back। ਵੀ ਉਹ ਸੂਰਜ ਦੀ ਰੋਸ਼ਨੀ ਨਾਲ ਉਹਦੀ ਸਕਿਨ ਜਿਹੜੀ ਚਮਕਦੀ ਪਈ ਹੋਊਗੀ ਨਾ, ਤੇ ਉਹਦੀ ਜਿਹੜੀ ਪਿੱਠ ਸੀ, ਪਿੱਠ ਉੱਥੇ ਵੀ ਇੱਕ ਜਿੱਦਾਂ ਊਠ ਦੇ ਉੱਪਰ ਬਣਿਆ ਹੁੰਦਾ ਵਾ ਕੁੱਬ ਜਿਹਾ, ਉਦਾਂ ਦਾ ਲੱਭਦਾ ਪਿਆ ਸੀ ਹੰਪ ਇੱਕ, ਵੀ ਜਿਹੜਾ ਉਹਨੂੰ ਉਹਦਾ ਵਿਸ਼ੇਸ਼ ਨਸਲ ਦੱਸਦਾ, ਕਰੈਕਟਰਿਸਟਿਕ ਹੰਪ ਜਿਹਾ ਲੱਭਦਾ ਸੀ ਉਹਦਾ। ਤੇ ਉਹ ਪਤਾ ਲੱਗ ਗਿਆ ਵੀ ਬਾਰਬ ਨੂੰ ਪਹਿਲਾਂ ਵੀ ਇਹ ਤੇ ਰੇਸ਼ ਆ। How can something that huge move so fast, ਵੀ ਇੰਨੀ ਵੱਡੀ ਚੀਜ਼ ਇੰਨੀ ਤੇਜ਼ੀ ਨਾਲ ਕਿਵੇਂ ਚੱਲ ਸਕਦੀ, ਇੱਥੇ ਕੁਐਸਚਨ ਹੈ ਇਹ। She thought, ਉਹ ਸੋਚਣ ਲੱਗੀ। Then felt herself being flung into a snowbank by Malcolm, ਤੇ ਤਦ ਉਹਨੇ ਕੀ ਮਹਿਸੂਸ ਕੀਤਾ ਵੀ ਮਾਲਕਮ ਨੇ ਉਸ ਨੂੰ ਬਰਫ਼ ਦੀ ਇੱਕ ਖੱਡ ਵਿੱਚ ਸੁੱਟ ਦਿੱਤਾ ਸੀ। ਵੀ ਉਹਨੂੰ ਮਹਿਸੂਸ ਹੋਇਆ ਇਸ ਤਰ੍ਹਾਂ ਦਾ, ਤੇ ਮਾਲਕਮ ਨੇ ਉਹਨੂੰ ਬਰਫ਼ ਦੀ ਖੱਡ ਵਿੱਚ ਸੁੱਟ ਦਿੱਤਾ ਸੀ। ਮਾਲਕਮ saw the charging grizzly open mouth, ਜਿਹੜਾ ਮੈਲਕਮ ਹੀ ਉਹਨੇ ਜਿਹੜੀ ਹਮਲਾ ਕਰਨ ਲਈ ਵਾਧਾ ਹੋਇਆ ਜਿਹੜਾ ਰੇਸ਼ੀਓ ਦਾ ਖੁੱਲਾ ਮੂੰਹ ਵੇਖਿਆ। The bear was drawling flecks of foam and making short grunting sounds। ਰੇਸ਼ ਦੇ ਮੂੰਹ ਦੇ ਵਿੱਚੋਂ ਝੱਗ ਦੇ ਛੋਟੇ-ਛੋਟੇ ਅੰਸ਼ ਨਿਕਲਦੇ ਪਏ ਸੀ, ਤੇ ਛੋਟੀਆਂ-ਛੋਟੀਆਂ ਗਰਾਉਣ ਦੀਆਂ ਆਵਾਜ਼ਾਂ ਵੀ ਉਹ ਕੱਢ ਰਹੀ ਸੀ। A second before the bear was on him, he ducked, but one sweat of the grizzly paw knocked him senseless। ਇੱਕ ਪਲ ਤੋਂ ਜਿੱਦਾਂ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਰੇਸ਼ ਮੈਲਕਮ ਦੇ ਉੱਪਰ ਝਟਪ ਪਈ, ਉਹਦੇ ਉੱਪਰ ਉਹਨੇ ਅਟੈਕ ਕਰਤਾ, ਤੇ ਬਚਣ ਲਈ ਮੈਲਕਮ ਜਿਹੜਾ ਸੀ ਉਹ ਦੂਜੇ ਪਾਸੇ ਝੁਕ ਗਿਆ। ਪਰ ਰੇਸ਼ ਦੇ ਪੰਜੇ ਦੀ ਇੱਕ ਹੀ ਚਪੇੜ ਦੇ ਨਾਲ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਸੈਂਸਲੈਸ ਹੁੰਦਾ ਬੇਹੋਸ਼ ਹੋ ਜਾਣਾ। For a moment he went blank,
When he raised his head, he saw that he had been thrown 3 meters. ਇੱਕ ਪਲ ਲਈ ਤੋਂ ਬਿਲਕੁਲ ਹੀ ਬੇਸੁੱਧ ਜਿਹਾ ਹੋ ਗਿਆ ਤੇ ਜਦੋਂ ਉਹਨੇ ਆਪਣਾ ਸਿਰ ਚੁੱਕਿਆ ਤੇ ਉਹਨੇ ਦੇਖਿਆ 3 ਮੀਟਰ ਦੀ ਦੂਰੀ ਤੱਕ ਪਹੁੰਚ ਗਿਆ ਸੀ, ਇੰਨੀ ਦੂਰ ਸੁੱਟ ਦਿੱਤਾ ਸੀ ਉਹਨੇ। The grizzly had found Barb. ਰਿਛ ਜਿਹੜਾ ਸੀ ਉਹਨੇ ਬਾਰ ਵੱਲ ਵੇਖਿਆ। The girl was face down and motionless in the snow, and the gaunt beast was standing on her leg, gnawing near the back of her neck. ਉਹ ਲੜਕੀ ਨੇ ਮੂੰਹ ਹੇਠਾਂ ਕਰ ਲਿਆ ਤੇ ਬਿਨਾਂ ਹਿੱਲੇ ਬਰਫ਼ ਦੇ ਉੱਪਰ ਹੀ ਰਹੀ ਤੇ ਉਹ ਜਿਹੜਾ ਹੈਗਾ ਸੀ ਕਾਫੀ ਵੱਡਾ ਜਾਨਵਰ ਰਿਛ ਜਿਹੜਾ ਸੀ ਉਹ ਲੱਤ ਉੱਤੇ ਖੜਾ ਹੋ ਗਿਆ ਤੇ ਉਹਨੇ ਉਹਦੀ ਧੌਣ ਦੇ ਪਿਛਲੇ ਪਾਸੇ ਦੰਦ ਮਾਰਦਾ ਪਿਆ ਸੀ। Malcolm did not hesitate. There was no time for fear. ਜਿਹੜਾ ਮੈਲਕਮ ਸੀ ਉਹਨੇ ਕੋਈ ਵੀ ਝਿਜਕ ਨਹੀਂ ਵਿਖਾਈ ਕਿਉਂਕਿ ਉੱਥੇ ਡਰਨ ਲਈ ਕੋਈ ਸਮਾਂ ਹੀ ਨਹੀਂ ਸੀ। Instinctively, he grabbed a hunting knife from his belt and ran toward the bear, shouting. ਇੱਕਦਮ ਉਹਨੇ ਕੀ ਕੀਤਾ ਜਿੱਦਾਂ ਇੱਕ ਸ਼ਿਕਾਰ ਕਰਨ ਵਾਲਾ ਚਾਕੂ ਕੱਢਿਆ ਜੋ ਵੀ ਉਹਨੇ ਲੱਕ ਦੇ ਉੱਪਰ ਬੈਲਟ ਵਗੈਰਾ ਲਾਈ ਹੋਊਗੀ ਉੱਥੇ ਉਹਨੇ ਰੱਖਿਆ ਹੋਊਗਾ ਕਿਤੇ ਉਹਨੂੰ ਉਹ ਚੋਂ ਕੱਢਿਆ ਸ਼ਿਕਾਰ ਕਰਨ ਵਾਲੇ ਚਾਕੂ ਨੂੰ ਤੇ ਚਲਾਉਂਦਾ ਹੋਇਆ ਰਿਛ ਵੱਲ ਦੌੜਿਆ। The mother bear stood well over 2 meters and probably outweighed him by 250 kilos. ਉਹ ਜਿਹੜਾ ਰਿਛ ਮਾਂ ਹੀ ਹੈਗੀ ਸੀ ਦਾ ਮਦਰ ਬੀਅਰ ਉਹ 2 ਮੀਟਰ ਤੋਂ ਵੱਧ ਉਚਾਈ ਬਣਾ ਕੇ ਖੜੀ ਸੀ ਤੇ ਮੈਲਕੋਲਮ ਦੀ ਤੁਲਨਾ ਵਿੱਚ ਉਸਦਾ ਭਾਰ ਵੀ ਕਿੰਨਾ ਸੀ 250 ਕਿਲੋ ਵੱਧ ਹੀ ਉਹਦੇ ਨਾਲੋਂ। When he leaped on her back, she didn't even queer. ਤੇ ਜਦੋਂ ਉਹ ਮਤਲਬ ਜੰਪ ਕਰਕੇ ਉਹਦੀ ਪਿੱਠ ਤੇ ਚੜ ਗਿਆ ਮੈਲਕਮ ਤਾਂ ਉਹ ਜਰਾ ਵੀ ਨਹੀਂ ਹਿੱਲੀ, ਉਹਨੂੰ ਅਸਰ ਹੀ ਨਹੀਂ ਹੋਇਆ ਕੋਈ ਕਿਉਂਕਿ ਉਹ ਭਾਰੀ ਬਹੁਤ ਸੀ, ਉਹਨੂੰ ਮੈਲਕੋਲਮ ਦੇ ਅਟੈਕ ਦਾ ਕੋਈ ਅਸਰ ਹੀ ਨਹੀਂ ਹੋਇਆ ਉਹਦੇ ਉੱਪਰ। ਠੀਕ ਹੈ, ਇਹ ਆਪਣੇ ਪਹਿਲੇ 2 ਪੇਜ ਤੇ ਕੰਪਲੀਟ ਹੋਏ ਆ, ਇੰਨਾ ਕੁ ਤੁਸੀਂ ਵੀ ਧਿਆਨ ਨਾਲ ਰੀਡ ਕਰ ਲਿਓ।